ਐਜ਼ ਪਰ ਦਾ ਕੋਰਟਸ ਡਿਸੀਜਨ ਹੀ ਜੋ ਬਣਦੀ ਫੀਸ ਹੈ ਸਿਰਫ ਉਹੀ ਲਿੱਤੀ ਜਾ ਰਹੀ ਹੈ, ਉਸ ਤੋਂ ਇਲਾਵਾ ਹੋਰ ਕੋਈ ਚਾਰजेस ਨਹੀਂ ਲਿੱਤੇ ਜਾ ਰਹੇ। ਜੇਕਰ ਹਾਈ ਕੋਰਟ ਦੀ ਇੱਕ ਡਾਇਰੈਕਸ਼ਨ ਹੈਗੀ ਹੈ, ਫਿਰ ਮਾਪਿਓ ਇਸ ਤਰ੍ਹਾਂ ਕਿਉਂ ਕਰ ਰਹੇ ਤੁਹਾਡੇ ਨਾਲ, ਕਿਉਂ ਤੁਹਾਡਾ ਡਿਸਪਿਊਟ ਕਿਉਂ ਹੁੰਦਾ ਵੀਰੇ? ਮੇ ਬੀ ਉਹਨਾਂ ਨੂੰ ਉਸ ਡਿਸੀਜਨ ਬਾਰੇ ਨਾ ਪਤਾ ਹੋਵੇ ਕਿ ਇਹਨਾਂ ਜੋ ਬੱਚਿਆਂ ਨੂੰ ਡੀ-ਬਾਰ ਕੀਤਾ ਗਿਆ ਹੈ ਉਸ ਦੇ ਵਿੱਚ ਅਸੀਂ ਇਹੀ ਚਾਹੁੰਦੇ ਹਾਂ ਕਿ ਬੱਚਿਆਂ ਨੂੰ ਜਿਹੜਾ ਡੀ-ਬਾਰ ਕੀਤਾ ਗਿਆ ਉਹਨਾਂ ਨੂੰ ਉਹ ਵਾਪਸ ਐਡ ਕਰਨ। ਸੈਕੰਡ ਗੱਲ ਜਿਹੜੀ ਇਹਨਾਂ ਦੀ ਈਅਰਲੀ ਫੀਸ ਦੀ ਦਿੱਕਤ ਜੋ ਹੈ ਉਹ ਮੰਥਲੀ ਫੀਸ ਵਾਲਾ ਜਿਹੜਾ ਕ੍ਰਾਈਟੇਰੀਆ ਉਹ ਸਿਸਟਮ ਸੈੱਟ ਕੀਤਾ ਜਾਵੇ। ਹਾਈ ਕੋਰਟ ਦੀਆਂ ਡਾਇਰੈਕਸ਼ਨ ਤਾਂ ਇਹੀ ਹੈ ਵੀ ਕਿਸੇ ਬੱਚੇ ਤੋਂ ਤੁਸੀਂ ਜ਼ਬਰਦਸਤੀ ਫੀਸ ਨਹੀਂ ਲੈ ਸਕਦੇ, ਸਕੂਲ ਚੋਂ ਨਹੀਂ ਕੱਢ ਸਕਦੇ, ਫਿਰ ਸਕੂਲ ਆਪਦੀ ਮਨਮਰਜ਼ੀ ਕਿਉਂ ਕਰਦਾ? ਸਰ ਇਹ ਸਰਕਾਰ ਨੂੰ ਹਦਾਇਤਾਂ ਚਾਹੀਦੀਆਂ ਸੀ ਨਾ, ਜਾਂ ਕਿਵੇਂ? ਸਰਕਾਰ ਤਾਂ ਇਹਨਾਂ ਦੇ ਸਕੂਲਾਂ ਦੇ ਨਾਲ ਹੈਗੀ ਹੈ, ਕਿਵੇਂ ਹੈਗਾ? ਪਰ ਮੈਂ ਇਸ ਮੈਨੇਜਮੈਂਟ ਨੂੰ ਚੇਤਾਵਨੀ ਦੇਣਾ ਚਾਹੁੰਦਾ ਜੀ। ਬੇਨਤੀ ਇਹ ਗੱਲ ਤਾਂ ਬਹੁਤ ਦੂਰ ਚਲੀ ਗਈ। ਅਸੀਂ ਮੋਟੇ ਜਿਹੜੇ ਸਕੂਲ ਦੇ ਕੋਲੇ ਧਰਨਾ ਦਿੱਤਾ ਜੀ, ਉਹਦੇ ਬੱਚੇ ਫੀਸਾਂ ਮਾਫ ਕਰਾ ਕੇ ਹਟੇ ਆ। ਤੁਸੀਂ ਕਿਹੜੇ ਸਕੂਲ ਦੀ ਗੱਲ ਕੀਤੀ ਸੀ ਪਹਿਲਾਂ? ਵੈਸੇ ਮੋਟੇ ਸਕੂਲ ਗਏ ਆਪਣੇ ਫਰੀਦਕੋਟ ਰੋਡ ਤੇ ਹੀ ਆ ਜੀ, ਸ਼ੂਗਰ ਮਿਲ ਦੇ ਕੋਲੇ, ਉੱਥੇ ਵੀ ਧਰਨਾ ਦਿੱਤਾ ਜੀ ਉਹਦੀ ਵੀਡੀਓ। ਹਾਂਜੀ ਹਾਂਜੀ, ਵੀਡੀਓ ਸਾਰੀਆਂ ਹੈਗੀਆਂ ਜੀ। ਤੇ ਉਹ ਮੈਨੇਜਮੈਂਟ ਵੇਖਣੀ ਚਾਹੁੰਦੇ, ਅਸੀਂ ਦਿਖਾ ਵੀ ਦੇਵਾਂਗੇ ਇਹਨੂੰ, ਐਡੀ ਗੱਲ ਨਹੀਂ, ਸਾਡੇ ਪ੍ਰੂਫ ਹੈ ਸਾਰੇ ਉਹਨਾਂ ਦੇ ਵੀ। ਮਾਊਂਟ ਲਿਟਰਾ ਜੀ ਸਕੂਲ ਹਾਏ 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 ਹਾਏ, ਮਾਊਂਟ ਲਿਟਰਾ ਜੀ ਸਕੂਲ ਫਰੀਦਕੋਟ ਹਾਏ 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 ਹਾਏ, ਮਾਊਂਟ ਲਿਟਰਾ ਜੀ ਸਕੂਲ ਫਰੀਦਕੋਟ ਹਾਏ 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 ਹਾਏ। ਪ੍ਰਾਈਮ ਉਹਦੇ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਤਸਵੀਰਾਂ ਤੁਹਾਨੂੰ ਅੱਜ ਅਸੀਂ ਕੋਟਕਪੁਰਾ ਦੇ ਦਸ਼ਮੇਸ਼ ਸਕੂਲ ਦੇ ਦਿਖਾ ਰਹੇ ਹਾਂ, ਜਿੱਥੇ ਮਾਪਿਓ ਵੱਲੋਂ ਅੱਜ ਇੱਥੇ ਧਰਨਾ ਲਾਇਆ ਗਿਆ। ਔਰ ਕੀ ਗੱਲਬਾਤ ਹੋਈ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਜੋ ਮਾਤਾ ਪਿਤਾ ਨੇ ਪ੍ਰਿੰਸੀਪਲ ਨਾਲ ਜੋ ਗੱਲਬਾਤ ਕੀਤੀ ਹੈ, ਸਭ ਤੋਂ ਪਹਿਲਾਂ ਤੁਹਾਨੂੰ ਅਸੀਂ ਉਹ ਸੁਣਾਉਂਦੇ ਹਾਂ। ਇੱਕੋ ਦੇ ਕੋਈ ਬੱਚਾ ਡੀ-ਬਾਰ ਨਾ ਹੋਵੇ, ਆਪਣੇ ਜੋ ਸਿਸਟਮ ਹੈ, ਜੋ ਅੰਡਰਸਟੈਂਡਿੰਗ ਉਸ ਦੇ ਰਿਗਾਰਡਿੰਗ ਆਪਾਂ ਗੱਲ ਕੀਤੀ ਡੀ-ਬਾਰ ਨਾ ਆਪਾਂ ਨੂੰ ਇਸ ਤਰ੍ਹਾਂ ਦੀ ਟੀਮ ਬੋਰਡ ਦੇ ਅਕੋਰਡਿੰਗ ਆ ਸਕਦੇ ਉਹਨਾਂ ਦੀ ਜਿਹੜੀ ਗੱਲ ਤੇ ਪੂਰੀ ਟੀਮ ਉਸ ਤੋਂ ਪੂਰੀ ਕਰੇਗੀ। ਠੀਕ ਹੈ ਜੀ, ਤੁਹਾਡਾ ਬੱਚਾ ਪ੍ਰਾਇਮਰੀ ਵਿੱਚ ਨਹੀਂ, 4th ਕਲਾਸ। ਕਿੰਨੀਆਂ ਕਲਾਸਿਸ ਲੱਗ ਰਹੀਆਂ ਤੁਹਾਡੇ? 3 ਕਲਾਸਿਸ। ਦੇਖੋ ਕੋਰ ਲਿਮਿਟੇਸ਼ਨ ਜਿਹੜੀ ਹੈਗੀ ਉੱਥੇ ਦਾ ਮੈਂ ਟੀਚਰਸ ਨੂੰ ਵੀ ਕਹਿਣਾ ਹੈ ਤੇ ਪੈਰੈਂਟਸ ਦਾ ਮੇਨ ਹੈਗਾ। ਜਦੋਂ ਆਪਾਂ ਨੂੰ ਪਤਾ ਹੈ ਕਿ ਸਕੂਲ 9:40 ਤੇ ਆਪਣੀ ਕਲਾਸ ਸ਼ੁਰੂ ਹੋਣੀ, ਆਪਾਂ ਨੂੰ ਚਾਹੀਦਾ ਕਿ ਆਪਾਂ ਬੱਚੇ ਨੂੰ ਵੀ ਘਰ ਗਾਈਡ ਕਰੀਏ ਕਿ 9:35 ਦੀ ਰਹੀ। ਹੁਣ ਬੱਚਾ ਆਉਂਦੇ 5 ਮਿੰਟ ਲੇਟ ਆ ਰਿਹਾ ਹੈ, 7 ਮਿੰਟ ਲੇਟ ਆ ਰਿਹਾ ਹੈ, ਉਹਦੇ ਲਈ ਮੈਂ ਬੱਚੇ ਨੂੰ ਡੀ-ਬਾਰ ਨਹੀਂ ਕਰ ਸਕਦਾ। ਅਗਰ ਤੁਸੀਂ ਥੋੜਾ ਜਿਹਾ ਕੋਆਪਰੇਟ ਕਰੋਗੇ ਕਿ 9:35 ਦੇ ਬੱਚਾ ਰੈਡੀ ਰਵੇ ਉੱਥੇ ਤੇ 40 ਦੇ ਤਾਂ ਕਿ ਇਮੀਡੀਏਟਲੀ ਕਲਾਸ ਸ਼ੁਰੂ ਹੋ ਜਾਵੇ। ਸਰ ਇਸ ਦਾ ਨਾ ਜਿਸ ਤਰ੍ਹਾਂ ਬੱਚਾ ਉਸ ਕਲਾਸ ਨਹੀਂ ਜਾਂਦਾ, ਇਹ ਟੀਚਰ ਨਹੀਂ ਕੋਈ ਗੱਲ ਬਸ ਆ। ਉਸ ਤੋਂ ਇਲਾਵਾ ਸਾਡਾ ਹੈਡ ਆਫਿਸ ਐਂਟਰ ਕਰਦਾ, ਉਹਦੇ ਅੰਦਰ ਪ੍ਰੋਬਲਮ ਕੀ ਆਉਂਦੀ ਹੈ ਕਿ ਇੰਟਰੂਡਰ ਵੀ ਆ ਜਾਂਦੇ ਆ। ਇਹ ਵੀ ਪ੍ਰੋਬਲਮਸ ਰਹੀਆਂ ਸ਼ੁਰੂ ਕਿਉਂਕਿ ਉਦੋਂ ਕੈਮਰੇ ਆਫ ਹੁੰਦੇ। ਹੁਣ ਅਸੀਂ ਕੈਮਰੇ ਲਗਵਾਉਂਦੇ ਹਾਂ, ਇਹ ਇੱਕ ਰੂਲ ਬਣਾਇਆ ਡਾਇਰੈਕਟਰੇਟ ਦਾ ਵੀ ਸਾਡਾ ਜਿਹੜਾ ਹੈਗਾ ਕੈਮਰਾ ਉਹਦਾ ਅਗਰ ਔਨ ਹੋਏਗਾ ਤਾਂ ਉਹਨੂੰ ਐਂਟਰੀ ਮਿਲਦੀ ਹੈ ਕਲਾਸ ਦੇ ਤਾਂ ਉਹ ਟਰਾਈ ਕਰਦੇ ਉਹਦੇ ਸਰ ਅਸੀਂ ਲੈਣ ਦੇਣ ਨੂੰ ਤਿਆਰ ਕੋਈ ਆਪਾਂ ਨਾ ਤਾਂ ਕੋਈ ਸਾਡੇ ਕੋਲ ਆਇਆ April month 'ਚ ਆਪਾਂ ਇਹ ਦੇ ਲਈ ਵੀ April ਨਿਕਲ ਗਿਆ, May ਨਿਕਲ ਗਿਆ, ਸਾਡੇ ਵੱਲੋਂ ਮੈਸੇਜ ਆਏ ਹੈ, ਉਹਦਾ ਕੋਈ ਰਿਸਪੌਂਸ ਸਾਨੂੰ ਨਹੀਂ ਮਿਲਿਆ। ਇਹ ਆਪਣਾ ਫਸਟ ਟਾਈਮ ਦੇ ਰਿਸਪੌਂਸ ਅਸੀਂ ਬੋਲਾਂਗੇ। ਚਲੋ ਆਪਾਂ ਬੈਠ ਕੇ ਗੱਲ ਕਰ ਸਕਦੇ ਹਾਂ। ਸਾਰੀ ਗੱਲ ਨਹੀਂ, ਉਹ ਤਾਂ ਆਪਣੀ ਸ਼ੌਂਕ ਬੈਠੀ ਹੈ। ਤੇ ਹੁਣ ਜੋ ਸਾਡੀ ਸਮੱਸਿਆ ਹੈਗੀ ਤੁਸੀਂ ਉਸ ਨੂੰ ਸੁਣੋ। ਇਹ ਸਾਡਾ ਜਿਹੜੇ ਮੰਥਲੀ ਫੀਸ ਤੁਸੀਂ ਲਓ, ਇੱਕ ਵਾਰੀ ਆਪਾਂ ਐਨੂਅਲ ਚਾਰਜਿਸ ਦਾ ਦੇਖਦੇ ਹਾਂ। ਸਾਡੀ ਕੋਈ ਬੱਚਾ ਤੁਸੀਂ ਐਡ ਕਰੋ ਡੀ-ਬਾਰ। ਉਹ ਵੀ ਦੇਖੋ ਮੈਂ ਐਸੇ ਨਾਲ ਕਹਿਣਾ ਚਾਹੁੰਦਾ ਕਿ ਜਿਹੜੇ ਸਾਡੇ ਸਾਰੇ ਸਕੂਲਸ ਦੇ ਪ੍ਰੋਗਰਾਮ ਉਹ ਵੀ ਮੈਨੇਜਮੈਂਟ ਦੀ ਕੰਸੈਂਟ ਨਾਲ ਮੈਂ ਤੁਹਾਡੀ ਦੋਨੇ ਚੀਜ਼ਾਂ ਦੀ ਦਿੱਕਤ ਹੋ ਰਹੀ ਹੈ। ਸਰ ਅਸੀਂ ਤਾਂ ਦੇਖੋ ਤੁਹਾਡੇ ਨਾਲ ਹੀ ਗੱਲ ਕਰਨੀ ਹੈ ਕਿਉਂਕਿ ਮੈਨੇਜਮੈਂਟ ਕਰੇ ਇੰਟਰਫੇਅਰ ਨਹੀਂ ਕਰਦੀ। ਦੇਖੋ ਮੈਂ ਪ੍ਰਿੰਸੀਪਲ ਦੀ ਸਿੱਖਣਾ ਦੱਸਾਂ ਤੁਸੀਂ ਮੈਨੂੰ ਗੱਲ ਕੀਤੀ ਹੈ, ਆਫਟਰ ਆਲ ਮੈਂ ਵੀ ਕਿਸੇ ਰੂਲ 'ਚ ਬਣਿਆ
ਤੇ ਉਵੇਂ ਬਹਿ ਕੇ ਗੱਲ ਕਰਦੇ ਨੇ ਤੇ ਗਲਤ ਹੈ ਉਹ ਆਪਾਂ ਦੇਖਦੇ ਹਾਂ ਦੇਖੋ ਉਹ ਗੱਲ ਆਪਣੇ ਆਪ ਹੀ ਹੋ ਚੁੱਕੀ ਹੈ ਕਿ ਉਹ ਹੀ ਐਜ਼ ਪਰ ਸੁਪਰੀਮ ਕੋਰਟ ਦੀ ਰੂਲਿੰਗ ਦੇ ਆਪਾਂ ਗੱਲ ਕੀਤੀ ਹੈ ਕਿ ਉੱਥੇ ਲਿਖਿਆ ਹੋਇਆ ਕਿ ਤੁਸੀਂ ਲੈ ਸਕਦੇ ਹੋ ਤਾਂ ਤੁਸੀਂ ਇਸ ਵਾਰ ਅਸੀਂ ਨੂੰ ਬਹੁਤ ਵਧੀਆ ਵੀ ਪ੍ਰੋਮਿਸ ਕਰਦੇ ਹਾਂ ਅਸੀਂ ਉਹ ਜਿਹੜਾ ਦੇਣੀ ਹੈ ਜਿਵੇਂ ਉਹਨਾਂ ਦਾ ਚਲੋ ਹੈ ਤਾਂ ਬਹੁਤ ਜ਼ਿਆਦਾ ਪਰ ਬੱਚੇ ਦੇ ਇੰਨੇ ਬੰਦੇ 5000 ਰੁਪਏ ਵੀ ਉਹ ਜੀ ਚਲੋ ਇੱਕ ਵਾਰੀ ਪੈਂਡਿੰਗ ਪੈ ਰਿਹਾ ਕਿ ਸਰ ਉਹ ਅਸੀਂ ਵੀ ਸੈਟੀਸਫਾਈ ਹੋ ਜਾਵਾਂਗੇ ਸਪੋਜ਼ ਕਰੋ ਬੈਂਕ ਨਾਲ ਆਪਣੀ ਗੱਲ ਚੱਲ ਜਾਂਦੀ ਹੈ ਵੀ ਤੁਸੀਂ ਮੰਥਲੀ ਤੁਸੀਂ ਕਦੋਂ ਵੀ ਲੈ ਲਓ ਤੁਸੀਂ ਮੰਥਲੀ ਫੀਸ ਬਾਕੀ ਜਿਹੜੀ ਹੈਗੀ ਉਹ ਪੈਂਡਿੰਗ ਛੱਡ ਉਹ ਮਹੀਨੇ 2 ਮਹੀਨੇ ਜਿਵੇਂ ਸੈਟਿੰਗ ਆਈ ਹੈ ਕਹਿਣਾ ਕਿ ਸਰ ਜਦੋਂ ਤੱਕ ਆਈਟੀ ਡਿਪਾਰਟਮੈਂਟ ਚ ਕਲੀਅਰ ਨਹੀਂ ਹੋਏਗਾ ਦਾ ਸੌਫਟਵੇਅਰ ਆਦੀ ਸੌਫਟਵੇਅਰ ਤੇ ਸਰ ਲਾਇਆ ਦਾ ਗੱਲ ਹੈ ਬੈਂਕ ਦੀ ਗੱਲ ਬੈਂਕ ਚ ਵੀ ਹੋਏਗਾ ਜਦੋਂ ਤੁਸੀਂ ਬੈਂਕ ਦੀ ਇੱਕ ਸਲਿੱਪਸ ਆਪਣੀਆਂ ਪ੍ਰਿੰਟਡ ਹੈ ਜਦੋਂ ਆਪਣੇ ਸਲਿੱਪ ਪ੍ਰਿੰਟਡ ਹੈ ਤੁਸੀਂ 1 ਮਹੀਨੇ ਦੀ ਭਰੀ ਉਹਦਾ ਮੇਨਟੇਨ ਕਰਨਾ ਰਿਕਾਰਡ ਇੱਕ ਮੁਸ਼ਕਿਲ ਸੌਫਟਵੇਅਰ ਜੋ 2 ਮਹੀਨੇ ਦੀ ਲੈਣਾ ਉਹ ਤੁਹਾਨੂੰ ਮਤਲਬ ਸਾਰਾ ਹੀ ਕਰੋ ਜਦੋਂ ਤੱਕ ਸਾਰਾ ਨਾ ਚੇਂਜ ਹੋਏਗਾ ਉਹ ਤੱਕ ਮੁਸ਼ਕਿਲ ਜਿਹੜਾ ਹਾਈ ਸਕੂਲਾਂ ਦੇ ਅੰਦਰ ਚੱਲਦਾ ਜੀ ਉਹਦੇ ਚ ਮਤਲਬ ਇਹ ਹੈਗੀ ਮੈਨੇਜਮੈਂਟ ਉਹ ਮੈਂਟਲ ਦੋਸਤੇ ਵੀ ਹੋਏਗੀ ਤੇ ਫਿਰ ਜਿਹੜੀਆਂ ਫੀਸ ਸਲਿੱਪਸ ਹੋਣ ਨੂੰ ਮੈਂਟਲ ਉਹ ਸਿੰਗਲ ਮਤਲਬ ਨਾਲ ਇੱਕ ਸਰਕੂਲਰ ਤੁਸੀਂ ਦੇਣਾ ਬੈਂਕ ਵਾਲਿਆਂ ਨੂੰ ਸੈਂਡ ਕਰ ਲੈਣਗੇ ਉਹਦੇ ਚ ਪੈਂਡਿੰਗ ਹੀ ਰੱਖਣਾ ਹੈ ਸਿਰਫ ਐਨੂਅਲ ਪੈਂਡਿੰਗ ਦਾ ਸੌਫਟਵੇਅਰ ਦੋਨੋਂ ਰਿਲੇਟਡ ਹੈ ਜਿਹੜੀ ਬੈਂਕ ਦੇ ਜਿਹੜੀ ਆਨਲਾਈਨ ਪੇਮੈਂਟ ਵੀ ਆਉਂਦੀ ਹੈ ਉਹ ਵੀ ਬੈਂਕ ਦਾ ਸੌਫਟਵੇਅਰ ਚੱਲਦਾ ਪਲੱਸ ਜਿਹੜਾ ਆਈਸ ਵਗੈਰਾ ਚੱਲਦਾ ਦੋਨਾਂ ਦੇ ਆਪਸ ਵਿੱਚ ਟਾਈ ਅਪ ਹੁੰਦਾ ਤਾਂ ਨਹੀਂ ਤਾਂ ਐਕਚੁਅਲੀ ਤੁਸੀਂ ਆਨਲਾਈਨ ਪੈਸੇ ਸਾਨੂੰ ਭੇਜ ਸਕਦੇ ਹੋ ਸਪੋਜ਼ ਤੁਸੀਂ ਮੈਨੂੰ ਪੇਮੈਂਟ ਕਰਨੀ ਸਕੂਲ ਦੇ ਕੰਮ 'ਚ ਤਾਂ ਮੈਨੂੰ ਕਿਵੇਂ ਪਤਾ ਲੱਗੇਗਾ ਕਿ ਕਿਸ ਬੱਚੇ ਦੀ ਉਹ ਅਪਡੇਟ ਕਿਉਂਕਿ ਆਈਸ ਪਹਿਲਾਂ ਦਾ ਡੇਟਾ ਨਾਲ ਐਡ ਹੁੰਦਾ ਤਾਂ ਪਤਾ ਲੱਗਦਾ ਕਿ ਸਾਨੂੰ ਕਿਹੜੇ ਬੱਚੇ ਦੀ ਇਸ ਤੋਂ ਬਾਅਦ ਹੁਣ ਅਸੀਂ ਗੱਲਬਾਤ ਕਰਦੇ ਹਾਂ ਜਿਹੜੇ ਇੱਥੇ ਪਹੁੰਚੇ ਆ ਮਾਪਿਓ ਨਾਲ ਗੱਲਬਾਤ ਕਰਦੇ ਹਾਂ ਅੱਜ ਤੱਕ ਕਿਸ ਤਰ੍ਹਾਂ ਦਾ ਵਿਜ਼ਿਟ ਸਕੂਲ ਹੈ ਅੱਜ ਦੇ ਵਿੱਚ ਪੇਰੈਂਟਸ ਦੀ ਕਿ ਇਹਨਾਂ ਜੋ ਬੱਚਿਆਂ ਨੂੰ ਡੀ-ਬਾਰ ਕੀਤਾ ਗਿਆ ਹੈ ਉਸ ਦੇ ਵਿੱਚ ਅਸੀਂ ਇਹੀ ਚਾਹੁੰਦੇ ਹਾਂ ਕਿ ਬੱਚਿਆਂ ਨੂੰ ਜਿਹੜਾ ਡੀ-ਬਾਰ ਕੀਤਾ ਗਿਆ ਉਹਨਾਂ ਨੂੰ ਉਹ ਵਾਪਸ ਐਡ ਕਰਨ ਸੈਕੰਡ ਗੱਲ ਜਿਹੜੀ ਇਹਨਾਂ ਦੀ ਈਅਰਲੀ ਫੀਸ ਦੀ ਦਿੱਕਤ ਜੋ ਹੈ ਉਹ ਮੰਥਲੀ ਫੀਸ ਵਾਲਾ ਜਿਹੜਾ ਕ੍ਰਾਈਟੇਰੀਆ ਉਹ ਸਿਸਟਮ ਸੈੱਟ ਕੀਤਾ ਜਾਵੇ ਮੰਥਲੀ ਫੀਸ ਸਾਡੇ ਤੋਂ ਲਈ ਆ ਜੋ ਵੀ ਸੁਪਰੀਮ ਕੋਰਟ ਦੇ ਹਾਈ ਕੋਰਟ ਦੇ ਜੋ ਵੀ ਆਰਡਰ ਸਾਨੂੰ ਕਲੀਅਰ ਹੋ ਜਾਏਗਾ ਫਿਰ ਅਸੀਂ ਜੋ ਉਸ ਹਿਸਾਬ ਨਾਲ ਚੱਲਾਂਗੇ ਕਿਉਂਕਿ ਅਸੀਂ ਬਾਹਰ ਨਹੀਂ ਹੈਗੇ ਕੋਰਟ ਤੋਂ ਤੇ ਸਾਡਾ ਇਹੀ ਮਾਂ ਬਾਪ ਦਾ ਹੈਗਾ ਜਿਹੜਾ ਬੱਚਾ ਕੀਤਾ ਉਸ ਨੂੰ ਐਡ ਕੀਤਾ ਜਾਵੇ ਤਾਂ ਕਿ ਉਹਨਾਂ ਦੀ ਸਟੱਡੀ ਦਾ ਲਾਸ ਨਾ ਜੀ ਬਿਲਕੁਲ ਭੈਣ ਜੀ ਲਗਾਤਾਰ ਸਕੂਲਾਂ ਵੱਲੋਂ ਲੁੱਟ ਹੋ ਰਹੀ ਹੈ ਕੀ ਕਹੋਗੇ ਤੁਸੀਂ ਇਹਦੇ ਬਾਰੇ ਦੇਖੋ ਜੀ ਹੁਣ ਕਰੋਨਾ ਕਰਕੇ ਸਾਰਿਆਂ ਦਾ ਹੀ ਇਦਾਂ ਦਾ ਮਾਹੌਲ ਬਣਿਆ ਪਿਆ ਏ ਸਾਨੂੰ ਸਾਰੇ ਭੈਣ ਭਰਾਵਾਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਬਹੁਤ ਸਾਰੇ ਪੇਰੈਂਟਸ ਤਾਂ ਇਦਾਂ ਦੇ ਆ ਕਿ ਉਹ ਫੀਸ ਪੇ ਕਰ ਸਕਦੇ ਆ ਪਰ ਬਹੁਤ ਸਾਰੇ ਪੇਰੈਂਟਸ ਇਦਾਂ ਦੇ ਉਹ ਨਹੀਂ ਕਰ ਸਕਦੇ ਸਾਨੂੰ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਜਿਹੜੇ ਪੇਰੈਂਟਸ ਜਦੋਂ ਵੀ ਕੋਈ ਬੁਲਾ ਰਿਹਾ ਉਹਨਾਂ ਨੂੰ ਆਉਣਾ ਚਾਹੀਦਾ ਇਸ ਤਰ੍ਹਾਂ ਦੇ ਮੀਟਿੰਗ ਵਿੱਚ ਸੋ ਅੱਜ ਦੀ ਮੀਟਿੰਗ ਦੇ ਵਿੱਚ ਜਦੋਂ ਤੁਸੀਂ ਪ੍ਰਿੰਸੀਪਲ ਨਾਲ ਗੱਲਬਾਤ ਕੀਤੀ ਹੈ ਕਿਸ ਤਰ੍ਹਾਂ ਦੀਆਂ ਤੁਹਾਡੇ ਵੱਲੋਂ ਗੱਲਾਂ ਜਿਹੜੀਆਂ ਰੱਖੀਆਂ ਗਈਆਂ ਭਾਈ ਸਾਡਾ ਜਿਹੜਾ ਹੈਗਾ ਮੇਨ ਸਮੱਸਿਆ ਤਾਂ ਚਲੋ ਛੋਟੀਆਂ ਸਮੱਸਿਆਵਾਂ ਤਾਂ ਹੋਰ ਹੁੰਦੀਆਂ ਸਾਡੀ ਮੇਨ ਸਮੱਸਿਆ ਜਿਹੜਾ ਅੱਜ ਅਸੀਂ ਇਕੱਠੇ ਹੋਏ ਆ ਉਹ ਇਹਦਾ ਇਹੀ ਸੀਗਾ ਵੀ ਫੀਸ ਆ ਨਾ ਅਸੀਂ ਫੀਸ ਭਰਨ ਨੂੰ ਤਿਆਰ ਹਾਂ ਜੋ ਇਹ ਮੰਥਲੀ ਫੀਸ ਟਿਊਸ਼ਨ ਫੀਸ ਲੈਂਦੇ ਨੇ ਤਾਂ ਇਹਦੇ 'ਚ ਜਿਹੜਾ ਸਾਨੂੰ ਜਿਹੜਾ ਹੈਗਾ ਸਾਲਾਨਾ ਫੰਡ ਜਿਹਨੂੰ ਐਨੂਅਲ ਫੰਡ ਕਹਿੰਦੇ ਆ ਜਿਹਦੇ 'ਚ ਇਹਨਾਂ ਦੀ ਸਟੇਸ਼ਨਰੀ ਹੋ ਗਿਆ ਜਾਂ ਜੋ ਵੀ ਬੱਚਿਆਂ ਵਾਸਤੇ ਏਸੀ ਚੱਲਦੇ ਆ ਜਾਂ ਬਿਜਲੀ ਦੇ ਬਿੱਲ ਆ ਜੋ ਵੀ ਸਾਰੇ ਇਹਨਾਂ 'ਚ ਇਨਕਲੂਡਡ ਹੁੰਦੇ ਆ ਅਸੀਂ ਉਹ ਹੁਣ ਜਦੋਂ ਇਹਨਾਂ ਦੇ ਨਹੀਂ ਹੋ ਰਹੇ ਹੈ ਨਾ ਸਟੇਸ਼ਨਰੀ ਵੀ ਅਸੀਂ ਘਰੇ ਪ੍ਰਿੰਟਰ ਆਪਦੇ ਖਰੀਦ ਕੇ ਆਪਦੇ ਪ੍ਰਿੰਟ ਆਊਟ ਕੱਢ ਕੇ ਦੇ ਰਹੇ ਸਰ ਇੰਸਟਰਕਸ਼ਨ ਭੇਜ ਰਹੇ ਅਸੀਂ ਆਪ ਜਿਵੇਂ ਕਹਿ ਦਈਏ ਸਾਰੀ ਦਿਹਾੜੀ ਟੰਗੇ ਹੋਏ ਆ ਨਾਲ ਤਾਂ ਸਾਡੀ ਇਹ ਹੈ ਜਿਹੜੀ ਫੀਸ ਹੈ ਨਾ ਉਹਦੇ 'ਚ ਐਨੂਅਲ ਫੰਡ ਆ ਅਸੀਂ ਉਹ ਕਹਿੰਦੇ ਵੀ ਐਨੂਅਲ ਫੰਡ ਨੂੰ ਤੁਸੀਂ ਉਹਨੂੰ ਕੰਪਲਸਰੀ ਕੀਤਾ ਹੈ ਵੀ ਉਹ ਭਰੋ ਫਿਰ ਅਗਲੇ ਮਹੀਨੇ ਦਾ ਚੱਲਦਾ ਹੈ ਜੋ ਵੀ ਆਨਲਾਈਨ ਜੇ ਅਸੀਂ ਭਰਦੇ ਜਾਂ ਬੈਂਕ ਜਾਂਦੇ ਕਹਿੰਦੇ ਪਹਿਲਾਂ ਐਨੂਅਲ ਫੰਡ ਭਰੋ ਅਸੀਂ ਉਹਨਾਂ ਨੂੰ ਕਿਹਾ ਵੀ ਐਨੂਅਲ ਫੰਡ ਹੀ ਤੁਸੀਂ ਜਿਹੜਾ ਹੈਗਾ ਮੈਨੂੰ ਬਾਅਦ 'ਚ ਲੈ ਲਿਓ ਨਾਲੇ ਇਹਦੇ 'ਤੇ ਕੋਈ ਜੱਜਮੈਂਟ ਆ ਜੂਗੀ ਅਸੀਂ ਦੂਜੀ ਫੀਸ ਹੈ ਜਿਹੜੀ ਉਹ ਤਾਂ ਭਰਨ ਵਾਲੀ ਬਣੀ ਹੈ ਨਾ ਸਾਡੀ ਵੀ ਇਕੱਠੀ ਹੋਈ ਜਾਂਦੀ ਹੈ ਤਾਂ ਇਹ ਜਿਹੜਾ ਹੈਗਾ ਬਿਜ਼ਨਸ ਨਾਲ ਸਾਡੀ ਗੱਲ ਬੜੇ ਧਿਆਨ ਨਾਲ ਸੁਣੀ ਹੈ ਤਾਂ ਉਹ ਕਹਿੰਦੇ ਵੀ ਅਸੀਂ ਤੁਹਾਡਾ ਸਾਰਾ ਧਿਆਨ ਰੱਖਾਂਗਾ ਤੇ ਸੋਮਵਾਰ ਨੂੰ ਉਹ ਕਹਿੰਦੇ ਵੀ ਸਾਨੂੰ ਵਿਸ਼ਵਾਸ ਹੋਇਆ ਵੀ ਲਗਭਗ ਜਿਹੜੇ ਤੁਹਾਡੇ ਬੱਚੇ ਸੀ ਕੱਲ੍ਹ ਸਾਨੂੰ 16 ਤਰੀਕ ਨੂੰ ਬੱਚੇ ਸਾਰੇ ਇਹ ਕੱਢਤੇ ਸੀ ਤੇ ਗਰੁੱਪਾਂ 'ਚ ਉਹ ਕਹਿੰਦੇ ਵੀ ਅਸੀਂ ਤੁਹਾਡਾ ਇਹ ਪ੍ਰੋਬਲਮ ਸੋਲਵ ਕਰ ਦਿਆਂਗੇ ਇਹ ਸਾਨੂੰ ਉਹਨਾਂ ਨੇ ਵਿਸ਼ਵਾਸ ਦਵਾਇਆ ਬਾਕੀ ਅਸੀਂ ਵੇਖਦੇ ਹਾਂ ਵੀ ਸੋਮਵਾਰ ਤੱਕ ਜਾਂ ਇੱਕ ਅੱਧੇ ਦਿਨ 'ਚ ਹੋਰ ਸਾਡਾ ਮਸਲਾ ਹੱਲ ਹੁੰਦਾ ਹੈ ਕਿ ਨਹੀਂ ਫਿਰ ਅਸੀਂ ਦੁਬਾਰਾ ਤਾਂ ਫਿਰ ਜਿਹੜੇ ਹੈਗੇ ਪੇਰੈਂਟਸ ਇਕੱਠੇ ਹੋਵਾਂਗੇ ਕਿਸਾਨ ਯੂਨੀਅਨ ਵੀ ਸਾਡੇ ਨਾਲ ਜਿਹੜਾ ਹੈਗਾ ਵੀ ਉਹ ਸਾਥ ਦੇ ਰਹੇ ਅਸੀਂ ਉਹਨਾਂ ਦੇ ਵੀ ਧੰਨਵਾਦੀ ਹਾਂ
ਪਰ ਹਾਈ ਕੋਰਟ ਦੀਆਂ ਡਾਇਰੈਕਸ਼ਨ ਤਾਂ ਇਹੀ ਹੈ ਵੀ ਕਿਸੇ ਬੱਚੇ ਤੋਂ ਤੁਸੀਂ ਜ਼ਬਰਦਸਤੀ ਫੀਸ ਨਹੀਂ ਲੈ ਸਕਦੇ, ਸਕੂਲ ਚੋਂ ਨਹੀਂ ਕੱਢ ਸਕਦੇ, ਫਿਰ ਸਕੂਲ ਆਪਦੀ ਮਨਮਰਜ਼ੀ ਕਿਉਂ ਕਰਦਾ? ਸਰ ਇਹ ਸਰਕਾਰ ਨੂੰ ਹਦਾਇਤਾਂ ਚਾਹੀਦੀਆਂ ਸੀ ਨਾ, ਜਾਂ ਕਿਵੇਂ ਸਰਕਾਰ ਤਾਂ ਇਹਨਾਂ ਦੇ ਸਕੂਲਾਂ ਦੇ ਨਾਲ ਹੈਗੀ ਆ, ਕਿਵੇਂ ਹੈਗਾ ਅਸੀਂ ਇਸੇ ਚੀਜ਼ ਦਾ ਹੁਣ ਇਹਨਾਂ ਨੂੰ ਕਹਿ ਕੇ ਆਏ ਹੈਗੇ, ਜਿਵੇਂ ਹੁਣ ਦੇਖਦੇ ਹਾਂ ਸਰ ਕੀ ਕਰਦੇ ਹੈਗੇ ਜਾਂ ਹੈਗੇ। ਬਿਲਕੁਲ ਬਿਲਕੁਲ। ਸੋ ਕਿਸਾਨ ਜਥੇਬੰਦੀਆਂ ਦੇ ਵੀ ਇੱਥੇ ਜਿਹੜੇ ਹੈਗੇ ਅਹੁਦੇਦਾਰ ਪਹੁੰਚੇ ਆ, ਕੀ ਕਹਿਣਾ ਚਾਹੁੰਦੇ ਤੁਸੀਂ? ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢਿਆ। ਬਾਕੀ ਜੋ ਬੱਚੇ ਪੇਰੈਂਟਸ ਆਏ ਆਪਦੀ ਸਟੇਟਮੈਂਟ ਵਧੀਆ ਦੇ ਚੁੱਕੇ ਆ, ਪਰ ਮੈਂ ਇਸ ਮੈਨੇਜਮੈਂਟ ਨੂੰ ਚੇਤਾਵਨੀ ਦੇਣਾ ਚਾਹੁੰਦਾ ਜੀ। ਬੇਨਤੀ ਦੀ ਗੱਲ ਤਾਂ ਬਹੁਤ ਦੂਰ ਚਲੀ ਗਈ। ਅਸੀਂ ਮੋਟੇ ਜਿਹੜੇ ਸਕੂਲ ਦੇ ਕੋਲੇ ਧਰਨਾ ਦਿੱਤਾ ਜੀ, ਔਰ ਬੱਚਿਆਂ ਦੀ ਫੀਸਾਂ ਮਾਫ ਕਰਾ ਕੇ ਹਟੇ ਆ। ਤੁਸੀਂ ਕਿਹੜੇ ਸਕੂਲ ਦੀ ਗੱਲ ਕੀਤੀ ਸੀ ਪਹਿਲਾਂ? ਵੈਸੇ ਮੋਟੇ ਸਕੂਲ ਆਪਣੇ ਫਰੀਦਕੋਟ ਰੋਡ ਤੇ ਹੀ ਆ ਜੀ, ਸ਼ੂਗਰ ਮਿਲ ਦੇ ਕੋਲੇ, ਉੱਥੇ ਵੀ ਧਰਨਾ ਦਿੱਤਾ ਜੀ ਉਹਦੇ। ਹਾਂਜੀ ਹਾਂਜੀ, ਵੀਡੀਓ ਸਾਰੀਆਂ ਹੈਗੀਆਂ ਜੀ। ਤੇ ਉਹ ਮੈਨੇਜਮੈਂਟ ਵੇਖਣੀ ਚਾਹੁੰਦੇ, ਅਸੀਂ ਦਿਖਾ ਵੀ ਦੇਵਾਂਗੇ ਇਹਨੂੰ, ਐਡੀ ਗੱਲ ਨਹੀਂ, ਸਾਡੇ ਪ੍ਰੂਫ ਪਏ ਸਾਰੇ ਉਹਨਾਂ ਦੇ ਵੀ। ਮਾਊਂਟ ਲਿਟਰਾ ਜੀ ਸਕੂਲ ਹਾਏ 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 ਹਾਏ, ਮਾਊਂਟ ਲਿਟਰਾ ਜੀ ਸਕੂਲ ਫਰੀਦਕੋਟ ਹਾਏ 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 ਹਾਏ, ਮਾਊਂਟ ਲਿਟਰਾ ਜੀ ਸਕੂਲ ਫਰੀਦਕੋਟ ਹਾਏ 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 ਹਾਏ। ਉਸੇ ਤਰ੍ਹਾਂ ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਵੀ ਤੁਸੀਂ 100 ਮੰਗਾਂ ਸਰਕਾਰ ਦਾ ਜੋ ਤੁਹਾਡਾ ਡਿਸੀਜਨ ਲਓ, ਨਹੀਂ ਉਸ ਤੋਂ ਬਾਅਦ ਅਸੀਂ ਲੰਬਾ ਸੰਘਰਸ਼ ਲੜਾਂਗੇ, ਔਰ ਇਹ ਬੱਚੇ ਦੇ ਪੇਰੈਂਟਸ ਇਹਨਾਂ ਨਾਲ ਸਹਿਯੋਗ ਕਰਾਂਗੇ, ਔਰ ਬਾਹਰ ਕੇ ਧਰਨਾ ਲਾ ਕੇ ਬੈਠਾਂਗੇ ਪੱਕਾ ਹੀ। ਨਾ ਕਿ ਨੂੰ ਜਾਣ ਦੇਣਾ ਅੰਦਰ, ਤੇ ਨਾ ਕਿ ਨੂੰ ਅੰਦਰੋਂ ਬਾਹਰ ਜਾਣ ਦੇਣਾ, ਨਾ ਕਿ ਨੂੰ ਅੰਦਰੋਂ ਦੇਣਾ। ਤੇ ਵੈਸੇ ਇਹਦਾ ਪੁੱਛ-ਦੱਸ ਕਰ ਸਕਦੇ ਆ। ਇਹ ਨਾ ਹਾਈ ਕੋਰਟ ਦੀਆਂ ਡਾਇਰੈਕਸ਼ਨਾਂ ਮੰਗਦੇ ਆ, ਨਾ ਸੁਪਰੀਮ ਕੋਰਟ ਦੀਆਂ ਡਾਇਰੈਕਸ਼ਨਾਂ ਮੰਗਦੇ ਆ। ਉਦੋਂ ਸਾਡੇ ਗਈ ਕੋਈ ਪੰਜਾਬ ਸਰਕਾਰ ਹੈ ਜਿਹੜੀ ਐਕਸ਼ਨ ਨਹੀਂ ਕਰਦੀ। ਉਹ ਐਕਸ਼ਨ ਕਿਉਂ ਨਹੀਂ ਕਰਦੀ? ਕਿਉਂਕਿ ਜਿਹੜੇ ਸਕੂਲ ਹੈ ਹੀ ਮੰਤਰੀਆਂ ਦੇ, ਤੇ ਉਹ ਲੁੱਟ ਬੱਚਿਆਂ ਦੀ ਮਚਾਈ ਆ। ਕਰੋਨਾ ਚੱਲਦਾ, ਪੈਸਾ ਕਿਸੇ ਕੋਲ ਹੈ ਨਹੀਂਗਾ, ਤੇ ਜੋ ਇਹਨਾਂ ਨਜਾਇਜ਼ ਖਰਚੇ ਲੈ ਰਹੇ ਆ ਇਹ। ਤੇ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਵੀ ਉਹ ਬੱਚਿਆਂ ਨੇ ਨਾ ਤਾਂ ਭਰਨੇ ਆ, ਬੱਚਿਆਂ ਪੇਰੈਂਟਸਾਂ ਨੇ, ਤੇ ਨਾ ਹੀ ਅਸੀਂ ਦੇਣੇ ਆ, ਤੇ ਨਾ ਹੀ ਲੈਣ ਦੇਣੇ ਆ। ਤੁਹਾਨੂੰ ਲੱਗਦਾ ਕਿ ਪੰਜਾਬ ਸਰਕਾਰ ਦੀ ਵੀ ਇਹਦੇ ਵਿੱਚ ਜਿਹੜੇ ਮੌਜੂਦਾ ਸਰਕਾਰ ਦੀ ਨਲਾਇਕੀ ਜਿਹੜੀ ਸਾਹਮਣੇ ਆਉਂਦੀ ਹੈ? ਮੈਂ ਨੇ ਬਹੁਤ ਵੱਡੀ ਨਲਾਇਕੀ ਆ ਜੀ। ਉਹਨਾਂ ਦੇ ਸਰਕਾਰ ਦੀ ਕੁਰਸੀ ਵੀ ਪਈ ਹੈ, ਉਹ ਕਿ ਸਿੱਧੂ ਮਗਰ ਤੁਰੇ ਫਿਰਦੇ, ਕੈਪਟਨ ਮਗਰ ਤੁਰੇ ਫਿਰਦੇ ਆ। ਇਸ ਪਾਸੇ ਤਾਂ ਧਿਆਨ ਹੀ ਹੈ ਨਹੀਂ ਉਹਨਾਂ ਦਾ ਹੀ ਹੈ ਵੀ ਪੰਜਾਬ ਦੀ ਦੁਨੀਆ ਦਾ ਕੀ ਹਾਲ ਆ। ਪਬਲਿਕ ਜਿਉਂਦੀ ਆ, ਮਰਦੀ ਚ ਮਤਲਬ ਹੀ ਨਹੀਂਗਾ। ਉਧਰ ਮੋਦੀ ਨੇ ਦੱਬੀ ਤੇ ਆਉਂਦਾ, ਉਹ ਚੀਜ਼ਾਂ ਟੈਕਸ ਵਧਾਤੀ, ਉਹਦੇ ਟੈਕਸ ਵਧਾਤੇ। ਵੇਖੋ ਪਬਲਿਕ ਵਾਲੀ ਕਿਸੇ ਦਾ ਕੋਈ ਧਿਆਨ ਨਹੀਂਗਾ ਜੀ, ਚਾਹੇ ਉਹ ਅਕਾਲੀ ਆ, ਚਾਹੇ ਉਹ ਕਾਂਗਰਸੀ ਆ, ਚਾਹੇ ਉਹ ਆਮ ਆਦਮੀ ਪਾਰਟੀ ਆ ਜੀ। ਹਰੇਕ ਦਾ ਵੀ ਕੁਰਸੀ ਨਾਲ ਮਤਲਬ ਹੈ, ਜਨਤਾ ਦਾ ਕਿਸੇ ਨੂੰ ਕੋਈ ਮਤਲਬ ਨਹੀਂ। ਸਾਰੇ ਵੋਟਾਂ ਲੈਣ ਹੁਣ ਆਉਣਗੇ, ਲੋਕਾਂ ਨੂੰ ਬੇਵਕੂਫ ਬਣਾ ਕੇ ਵੋਟਾਂ ਲੈ ਜਾਣਗੇ। ਜਿਹੜੇ ਸਰਕਾਰ ਬੰਦੇ ਕੁਰਸੀ ਤੇ ਬਹਿ ਕੇ 5 ਸਾਲ ਪੁੱਛਦੇ ਨਹੀਂ ਪਬਲਿਕ ਨੂੰ। ਤੇ ਇਸ ਕਰਕੇ ਮੈਂ ਸਕੂਲ ਮੈਨੇਜਮੈਂਟ ਨੂੰ ਕਹਿਣਾ ਚਾਹੁੰਦਾ ਵੀ ਜੇ ਸਰਕਾਰ ਨਹੀਂ ਸਹਿਯੋਗ ਕਰੀ, ਤੁਸੀਂ ਤਾਂ ਕਰੋ ਕੰਮ ਸਮਝ, ਜੇ ਸੋਚੇ ਇਹ ਕੋਈ ਵੱਡੀ ਗੱਲ ਹੈ ਨਹੀਂ। ਬਾਕੀ ਹਾਈ ਕੋਰਟ ਦੀ, ਸੁਪਰੀਮ ਕੋਰਟ ਦੀਆਂ ਡਾਇਰੈਕਸ਼ਨਾਂ ਆਈਆਂ ਉਹਨਾਂ ਤੋਂ ਮੰਨੋ, ਪਰ ਜੇ ਨਾ ਮੰਨੇ ਤਾਂ ਮੈਂ ਦੁਬਾਰਾ ਫਿਰ ਦੱਸਣਾ ਚਾਹੁੰਦਾ ਜੀ, ਅਸੀਂ ਇਹਨਾਂ ਦਾ ਸਹਿਯੋਗ ਕਰਾਂ ਕਿਸਾਨ ਜਥੇਬੰਦੀਆਂ ਨੂੰ। ਉਹ ਧਰਨਾ ਦੇਵਾਂਗੇ ਬਾਹਰ ਕੇ, ਇੱਥੇ ਪੂਰਾ ਟੈਂਟ ਸ਼ੈਂਟ ਲਾ ਕੇ ਲੰਗਰ ਚੱਲੂਗਾ, ਤੇ ਇੱਥੇ ਧਰਨਾ ਦੇਵਾਂਗੇ, ਤੇ ਮੈਨੇਜਮੈਂਟ ਵੀ ਆ ਕੇ ਹਟਾਂਗੇ ਸਕੂਲਾਂ ਦੇ ਨਾਲ ਹੀ ਗੱਲ ਕੋਈ। ਸੋ ਲਗਾਤਾਰ ਸਕੂਲਾਂ ਵੱਲੋਂ ਹਾਈ ਕੋਰਟ ਦੀਆਂ ਡਾਇਰੈਕਸ਼ਨਾਂ ਵਿੱਚ ਛਿੱਕੇ ਜਿਹੜਾ ਹੈਗਾ ਟੰਗਿਆ ਜਾ ਰਿਹਾ। ਜਦ ਤੱਕ ਮਾਪਿਓ ਆ ਕੇ ਧਰਨਾ ਨਹੀਂ ਦਿੰਦੇ ਤੇ ਉਦੋਂ ਤੱਕ ਸਕੂਲ ਵੀ ਜਿਹੜਾ ਹੈਗਾ ਉਹ ਨਹੀਂ ਮੰਨਦਾ। ਜਦੋਂ ਮਾਪਿਓ ਇਕੱਠੇ ਹੋ ਜਾਂਦੇ ਆ ਤੇ ਉਸੇ ਤੁਰੰਤ ਜਿਹੜਾ ਹੈਗਾ ਸਕੂਲ ਵੀ ਉਸਦੇ ਉਹਨਾਂ ਦੀਆਂ ਗੱਲਾਂ ਦੇ ਐਗਰੀ ਜ਼ਰੂਰ ਹੋ ਜਾਂਦਾ। ਪਰ ਫਿਲਹਾਲ ਇਹਨਾਂ ਵੱਲੋਂ ਚੇਤਾਵਨੀ ਦਿੱਤੀ ਗਈ ਹੈ, ਔਰ ਇਸ ਤੋਂ ਬਾਅਦ ਦੇਖਣਾ ਹੋਵੇਗਾ ਕਿ ਇਸ ਖਬਰ ਤੋਂ ਬਾਅਦ ਔਰ ਇਹਨਾਂ ਦੇ ਧਰਨੇ ਤੋਂ ਬਾਅਦ ਇਹ ਸਕੂਲ ਦਾ ਕਿਸ ਤਰ੍ਹਾਂ ਦਾ ਰਵੱਈਆ ਰਹੇਗਾ। ਫੀਸਾਂ ਨੂੰ ਲੈ ਕੇ ਅੱਜ ਮਾਪਿਓ ਵੱਲੋਂ ਦਸ਼ਮੇਸ਼ ਗਲੋਬਲ ਸਕੂਲ ਦੇ ਵਿੱਚ ਸਾਰੇ ਮਾਪਿਓ ਜਿਹੜੇ ਪਹੁੰਚੇ ਸੀਗੇ, ਕਾਫੀ ਉਹਨਾਂ ਦੀਆਂ ਪ੍ਰੋਬਲਮਸ ਸੀਗੀਆਂ। ਸਾਡੇ ਨਾਲ ਪ੍ਰਿੰਸੀਪਲ ਜੁੜਿਆ ਸੀ, ਗੱਲਬਾਤ ਕਰਦੇ ਨਾਲ। ਸਰ ਅੱਜ ਕਿਸ ਤਰ੍ਹਾਂ ਦਾ ਮੈਟਰ ਸੀ ਜਿਹੜੇ ਸਾਰੇ ਮਾਤਾ ਪਿਤਾ ਆਏ ਸੀਗੇ? ਇਹ ਮੈਟਰ ਸੀ ਰਿਗਾਰਡਿੰਗ ਐਨੂਅਲ ਫੀ। ਜੀ ਸਰ ਜੀ। ਤੇ ਉਹਦੇ ਵਿੱਚ ਕੀ ਉਹ ਕਹ ਰਹੇ ਵੀ ਤੁਸੀਂ ਫੀਸਾਂ ਜਿਹੜੀਆਂ ਹੈਗੀਆਂ ਉਹ ਲੈ ਰਹੇ ਹੋ ਵੀ ਤੁਸੀਂ ਨਹੀਂ ਲੈ ਸਕਦੇ? ਸਾਨੂੰ ਕਰੋਨਾ ਦੇ ਕਾਫੀ ਲੋਕ ਕਰੋਨਾ 'ਚ ਪੀੜਤ ਵੀ ਸੀਗੇ। ਕੀ ਤੁਹਾਡਾ ਰਾਈਟ ਹੈ ਫੀਸਾਂ ਲੈਣ ਦਾ? ਜੀ, ਫੀਸ ਲੈਣ ਦਾ ਪੂਰਾ ਰਾਈਟ ਹੈਗਾ ਜੀ। ਐਜ਼ ਏ ਕੋਰਟ ਦੇ ਥਰੂ ਜਾਂ ਵੈਸੇ ਤੁਸੀਂ ਆਪਣੇ? ਇਹ ਕੋਰਟ ਦੇ ਆਰਡਰਸ ਦੇ ਅਕੋਰਡਿੰਗਲੀ ਹੀ ਫੀਸ ਲਿੱਤੀ ਜਾ ਰਹੀ ਹੈ। ਜੀ ਜੀ। ਜੋ ਕੋਰਟ ਨੇ ਡਿਸੀਜਨ ਦਿੱਤਾ ਹੈ, ਐਜ਼ ਪਰ ਦਾ ਕੋਰਟਸ ਡਿਸੀਜਨ ਹੀ ਜੋ ਬਣਦੀ ਫੀਸ ਹੈ ਸਿਰਫ ਉਹ ਹੀ ਲਿੱਤੀ ਜਾ ਰਹੀ ਹੈ। ਉਸ ਤੋਂ ਇਲਾਵਾ ਹੋਰ ਕੋਈ ਚਾਰजेस ਨਹੀਂ ਲਿੱਤੇ ਜਾ ਰਹੇ। ਜੇਕਰ ਹਾਈ ਕੋਰਟ ਦੀ ਇੱਕ ਡਾਇਰੈਕਸ਼ਨ ਹੈਗੀ ਹੈ, ਫਿਰ ਮਾਪਿਓ ਇਸ ਤਰ੍ਹਾਂ ਕਿਉਂ ਕਰ ਰਹੇ ਤੁਹਾਡੇ ਨਾਲ? ਕਿਉਂ ਤੁਹਾਡਾ ਡਿਸਪਿਊਟ ਕਿਉਂ ਹੁੰਦਾ ਫਿਰ? ਮੇ ਬੀ ਉਹਨਾਂ ਨੂੰ ਉਸ ਡਿਸੀਜਨ ਬਾਰੇ ਨਾ ਪਤਾ ਹੋਵੇ, ਕਿਉਂਕਿ ਅੱਜ ਮੈਂ ਸਵੇਰ ਉਹਨਾਂ ਨੂੰ ਡਿਸੀਜਨ ਦੀ ਕਾਪੀ ਵੀ ਦਿਖਾਈ ਹੈ ਜਿਹੜੀ ਕਿ ਉਹਨਾਂ ਕੋਲ ਉਦੋਂ ਅਵੇਲੇਬਲ ਨਹੀਂ ਸੀ। ਪਰ ਕੋਰਟ ਵੱਲੋਂ ਤਾਂ ਇਹ ਵੀ ਕਿਹਾ ਗਿਆ ਕਿ ਤੁਸੀਂ ਕਿਸੇ ਤੋਂ ਜ਼ਬਰਦਸਤੀ ਫੀਸ ਨਹੀਂ ਲੈ ਸਕਦੇ। ਜੇਕਰ ਕੋਈ ਕਰੋਨਾ ਕਾਲ ਦੇ ਵਿੱਚ ਕੋਈ ਪੀੜਤ ਹੈਗਾ ਤੇ ਤੁਸੀਂ ਉਹਨੂੰ ਰਿਲੀਫ ਦਿਓ। ਕੀ ਇਸ ਤਰ੍ਹਾਂ ਦਾ ਕੁਝ ਹੈਗਾ ਉਹਦੇ ਵਿੱਚ ਡਾਇਰੈਕਸ਼ਨ ਵਿੱਚ? ਉਹ ਲਾਸਟ ਈਅਰ ਦੇ ਅੰਦਰ ਜੋ ਸੀਗਾ ਉਦੋਂ ਰਿਲੀਫ ਸਾਰੇ ਦਿੱਤੇ ਗਏ ਸੀਗੇ। ਇਸ ਸਾਲ ਦੇ ਅੰਦਰ ਉਹ ਹਾਲੇ ਕੁਝ ਨਹੀਂ ਹੈ, ਤੇ ਇਸ ਟਾਈਮ ਕਰੋਨਾ ਦਾ ਜਿਹੜਾ ਵੈਸੇ ਵੀ ਹੈ ਕਿ ਸਾਰਾ ਕੁਝ ਓਪਨ ਹੋ ਹੀ ਚੁੱਕਿਆ ਆਲਮੋਸਟ। ਸੋ ਜਦੋਂ ਅੱਜ ਫਿਰ ਸਾਰੇ ਪਹੁੰਚੇ ਆ, ਤੁਸੀਂ ਉਹਨਾਂ ਨੂੰ ਫਿਰ ਕਿਸ ਤਰ੍ਹਾਂ ਕੀ ਉਹਨਾਂ ਨੂੰ ਜਿਹੜੀ ਕੋਰਟ ਦੀ ਕਾਪੀ ਦਿਖਾਈ ਜਾਂ ਤੁਸੀਂ ਹੋਰ ਵੀ ਉਹਨਾਂ ਨੂੰ ਕੁਝ ਸਮਝਾਇਆ ਇਹਦੇ ਬਾਰੇ?
ਉਹਨਾਂ ਨੂੰ ਮੇਨ ਤਾਂ ਕੋਡ ਦੀ ਕਾਪੀ ਤੇ ਉਹਨਾਂ ਨੂੰ ਜੋ ਵੀ ਹੋਰ ਕੋਈ ਗੱਲ ਕੀਤੀ ਉਹਨਾਂ ਨੂੰ ਸਾਰਿਆਂ ਨੂੰ ਐਂਡ ਦੇ ਆਲ ਵਰ ਸੈਟੀਸਫਾਈਡ। ਜੀ ਜੀ ਥੈਂਕ ਯੂ ਸਰ। ਸੋ ਫਿਲਹਾਲ ਪ੍ਰਿੰਸੀਪਲ ਸਾਹਿਬ ਵੱਲੋਂ ਇਹ ਕਿਹਾ ਗਿਆ ਕਿ ਜੋ ਹਾਈ ਕੋਰਟ ਦੀਆਂ ਡਾਇਰੈਕਸ਼ਨਾਂ ਹੈਗਾ ਉਹਨਾਂ ਦੇ ਰਿਲੇਟਡ ਜਿਹੜਾ ਹੈਗਾ ਅਸੀਂ ਜੋ ਫੀਸਾਂ ਵਗੈਰਾ ਲੈ ਰਹੇ ਹਾਂ, ਤੇ ਜਿਹੜੇ ਮਾਪੇ ਇੱਥੇ ਇਕੱਠੇ ਹੋਏ ਸੀਗੇ ਜਿਨ੍ਹਾਂ ਨੇ ਇੱਥੇ ਆ ਕੇ ਪ੍ਰੋਟੈਸਟ ਵੀ ਕੀਤਾ ਉਹਨਾਂ ਨੂੰ ਉਹ ਕਾਪੀਆਂ ਵੀ ਦਿਖਾਈਆਂ ਗਈਆਂ। ਸੋ ਦੇਖਣਾ ਹੋਵੇਗਾ ਕਿ ਇਹਨਾਂ ਦੇ ਸਮਝਾਉਣ ਤੋਂ ਬਾਅਦ ਉਹ ਮਾਤਾ ਪਿਤਾ ਦੇ ਅਗਲਾ ਜਿਹੜਾ ਹੈਗਾ ਉਹ ਸਟੈਪ ਜਿਹੜਾ ਹੈਗਾ ਉਹ ਕਿਸ ਤਰ੍ਹਾਂ ਦਾ ਹੋਵੇਗਾ। ਕੈਮਰਾ ਪਰਸਨ ਦੀਪਕ ਗੋਡੇਵਾਲ ਦੇ ਨਾਲ ਮੈਂ ਸੁਨੀਲ ਜਿੰਦਲ, ਪ੍ਰਾਈਮ ਉਹਦੇ ਕੋਟਕਪੂਰਾ।